विद्यार्थियों गुड मॉर्निंग। आज असी डिफरेंट काइंड ऑफ कंपनीज उसके बारे जानकारी हासिल करांगे। तो क्वेश्चन है व्हाट डू यू मीन बाय व्हाट आर द वेरियस काइंड ऑफ कंपनीज दैट इज टू बी फॉर्मड। तो वेरियस काइंड ऑफ कंपनी ਜਿਹੜੀਆਂ ਹੈਗੀਆਂ ਉਹ ਕਿਹੜੀਆਂ ਹੋ ਸਕਦੀਆਂ, ਉਹਨਾਂ ਦੀ ਜਿਹੜੀ ਵੰਡ ਹੈਗੀ ਆ ਉਹ ਕਿਸ ਆਧਾਰ ਤੇ ਕੀਤੀ ਜਾ ਸਕਦੀ ਆ। ਪਹਿਲੀ ਵੰਡ ਜਿਹੜੀ ਹੈਗੀ ਆ ਕੰਪਨੀਜ਼ ਅਕੋਰਡਿੰਗ ਟੂ ਇਨਕੋਰਪੋਰੇਸ਼ਨ ਦੇ ਆਧਾਰ ਤੇ ਜਿਹੜੀ ਕੰਪਨੀਆਂ ਦੀ ਵੰਡ ਹੈਗੀ ਆ ਉਸ ਦੇ ਵਿੱਚ ਪਹਿਲੀ ਤਰ੍ਹਾਂ ਦੀਆਂ ਕੰਪਨੀਆਂ ਹੋ ਸਕਦੀਆਂ ਚਾਰਟਰਡ ਕੰਪਨੀਆਂ। These companies are incorporated under royal charter issued by the king or head of the states। तो ये कंपनियां ਜਿਹੜੀਆਂ 19ਵੀਂ ਸਦੀ ਦੇ ਵਿੱਚ ਇਸ ਤਰ੍ਹਾਂ ਦੀਆਂ ਕੰਪਨੀਆਂ ਇੰਗਲੈਂਡ ਦੇ ਵਿੱਚ ਫਾਰਮ ਹੋਈਆਂ ਹਨ ਔਰ ਇਹਨਾਂ ਦੇ ਵਿੱਚੋਂ ਜਿਹੜੀ ਸਾਡੇ ਦੇਸ਼ ਤੇ ਜਿਸ ਕੰਪਨੀ ਨੇ ਰਾਜ ਕੀਤਾ ਹੈ ਉਸ ਦਾ ਜ਼ਿਕਰ ਵੀ ਆਉਂਦਾ ਹੈ। ਉਹ ਕੰਪਨੀ ਸੀਗੀ ਈਸਟ ਇੰਡੀਆ ਕੰਪਨੀ और ये कंपनियां अजकल एग्जिस्ट नहीं करदियां। दूजी है स्टैचुररी कंपनी। स्टैचुररी कंपनी आर फॉर्म्ड अंडर ए स्पैशल एक्ट ऑफ पार्लीमेंट और स्टेट लैजिसलेटर और इस दे विच ऑब्जेक्टिव जिहड़े पावर एंड राइट्स और रिस्पोंसिबिलिटी ऑफ द कंपनी आर ऑलरेडी डिफाइंड इन द एक्ट। तो इस दे विच साडी रिजर्व बैंक ऑफ इंडिया ਜਿਹੜੀ ਹੈਗੀ ਆ ਇਹ ਵੀ ਇੱਕ ਤਰ੍ਹਾਂ ਦੀ ਕੰਪਨੀ ਹੈ ਜਿਸ ਨੂੰ ਫਾਰਮ ਕੀਤਾ ਗਿਆ ਹੈ, ਜਿਸ ਦੇ ਆਪਣੇ ਹੀ ਅਧਿਕਾਰ ਹਨ, ਆਪਣਾ ਅਧਿਕਾਰ ਖੇਤਰ ਹੈ। ਇਸੇ ਤਰ੍ਹਾਂ ਹੀ ਤੀਜੀ ਤਰ੍ਹਾਂ ਦੀਆਂ ਕੰਪਨੀਆਂ ਰਜਿਸਟਰਡ ਕੰਪਨੀਆਂ, ਉਹ ਕੰਪਨੀਆਂ ਵਿਚ ਆਰ ਫਾਰਮਡ ਅੰਡਰ ਦਾ ਕੰਪਨੀ ਐਕਟ 2013 ਔਰ ਇਸ ਤੋਂ ਪਹਿਲਾਂ ਦਾ ਵੀ ਐਕਟ ਜਿਹੜਾ ਆ 1956 ਦਾ ਐਕਟ ਜਿਹੜਾ ਉਸ ਦੇ ਤਹਿਤ ਜਿਹੜੀਆਂ ਕੰਪਨੀਆਂ ਰਜਿਸਟਰਡ ਹੁੰਦੀਆਂ ਹੋਈਆਂ ਹਨ ਉਹਨਾਂ ਨੂੰ ਅਸੀਂ ਰਜਿਸਟਰਡ ਕੰਪਨੀ ਕਹਿੰਦੇ ਹਾਂ। ਦੂਸਰੀ ਤਰ੍ਹਾਂ ਦੀਆਂ ਕੰਪਨੀ ਦੇ ਜਿਹੜੀ ਹੈਗੀ ਆ ਵੰਡ ਉਹ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਅਕੋਰਡਿੰਗ ਟੂ ਦੀ ਲਾਇਬਿਲਿਟੀ। ਪਹਿਲੀ ਹੈਗੀ ਹੈ ਕੰਪਨੀ ਲਿਮਟਿਡ ਬਾਈ ਸ਼ੇਅਰ। ਲਿਮਟਿਡ ਬਾਈ ਸ਼ੇਅਰ ਦਾ ਮਤਲਬ ਕੀ ਹੈਗਾ ਕਿ ਸ਼ੇਅਰ ਜਿਹੜੇ ਹੈਗੇ ਆ ਕੰਪਨੀ ਦੇ ਉਹ ਸ਼ੇਅਰ ਹੋਲਡਰ ਦੁਆਰਾ ਖਰੀਦੇ ਜਾਂਦੇ ਆ ਤੇ ਉਹਨਾਂ ਦੀ ਲਾਇਬਿਲਿਟੀ ਜਿਹੜੀ ਹੈਗੀ ਆ ਦੈਟ ਸ਼ੁੱਡ ਬੀ ਲਿਮਟਿਡ ਅਪ ਟੂ ਦੀ ਨੰਬਰ ਆਫ ਸ਼ੇਅਰ ਦੇ ਹੈਵ ਪਰਚੇਸਡ। ਇਸ ਕਰਕੇ ਅਗਰ ਕੰਪਨੀ ਜਿਹੜੀ ਹੈਗੀ ਆ ਦੀ ਲਾਇਬਿਲਿਟੀ ਕਿਸੇ ਕਿਸਮ ਦੀ ਜ਼ਿਆਦਾ ਬਣ ਜਾਂਦੀ ਹੈਗੀ ਆ ਤੇ ਸ਼ੇਅਰ ਹੋਲਡਰ ਨੂੰ ਸਿਰਫ ਤੇ ਸਿਰਫ ਆਪਣਾ ਜਿਹੜਾ ਹੈਗਾ ਜਿਹੜੇ ਸ਼ੇਅਰ ਹੈਗੇ ਅਪ ਟੂ ਦੀ ਜਿਹੜੀ ਇਨਵੈਸਟਮੈਂਟ ਸ਼ੇਅਰਾਂ 'ਚ ਕੀਤੀ ਗਈ ਹੈਗੀ ਆ ਉਹ ਹੀ ਲਾਸ ਹੁੰਦਾ ਹੈਗਾ। ਦੂਜੀ ਹੈਗੀ ਆ ਕੰਪਨੀ ਲਿਮਟਿਡ ਬਾਈ ਗਰੰਟੀ। ਇਸ ਦੇ ਵਿੱਚ ਕੰਪਨੀਆਂ ਦਾ ਜਿਹੜੇ ਸ਼ੇਅਰ ਹੋਲਡਰ ਆ ਉਹਨਾਂ ਨੂੰ ਇੱਕ ਗਰੰਟੀ ਦਿੱਤੀ ਜਾਂਦੀ ਆ ਕਿ ਇਨ ਕੇਸ ਆਫ ਬਾਈਂਡਿੰਗ ਅਪ ਆਫ ਕੰਪਨੀ ਅਗਰ ਜੇ ਬੰਦ ਹੁੰਦੀ ਹੈਗੀ ਆ ਤੇ ਸਰਟਨ ਮਿਨੀਮਮ ਅਮਾਊਂਟ ਆਫ ਜਿਹੜਾ ਹੈਗਾ ਆ ਇਜ਼ ਟੂ ਬੀ ਗਿਵਨ ਟੂ ਦਾ ਸ਼ੇਅਰ ਹੋਲਡਰ ਅਪਨ ਬਾਈਂਡਿੰਗ ਆਫ ਦੀ ਕੰਪਨੀ। ਥਰਡ ਹੈ ਅਨਲਿਮਟਿਡ ਗਰੰਟੀ ਜਾਂ ਅਨਲਿਮਟਿਡ ਕੰਪਨੀਜ਼। ਅਨਲਿਮਟਿਡ ਕੰਪਨੀਆਂ ਇਸ ਤਰ੍ਹਾਂ ਦੀਆਂ ਕੰਪਨੀਆਂ ਬਹੁਤ ਘੱਟ ਹਨ ਕਿਉਂਕਿ ਇਸ ਦੇ ਵਿੱਚ ਕੀ ਹੈਗਾ ਆ ਕਿ ਅਗਰ ਕੰਪਨੀ ਨੂੰ ਕੋਈ ਕਿਸੇ ਕਿਸਮ ਦਾ ਲਾਸ ਸਸਟੇਨ ਹੁੰਦਾ ਹੈਗਾ ਤੇ ਉਸ ਲਾਸ ਨੂੰ ਸ਼ੇਅਰ ਹੋਲਡਰ ਨੂੰ ਹੀ ਉਠਾਉਣਾ ਪੈਂਦਾ ਹੈਗਾ। ਇਸ ਤਰ੍ਹਾਂ ਦੀਆਂ ਕੰਪਨੀਆਂ ਜਿਹੜੀਆਂ ਬਹੁਤ ਰੇਅਰ ਹਨ। ਅੱਗੇ ਹੈ ਕੰਪਨੀ ਅਕੋਰਡਿੰਗ ਟੂ ਦੀ ਓਨਰਸ਼ਿਪ। ਓਨਰਸ਼ਿਪ ਦੇ ਹਿਸਾਬ ਦੇ ਨਾਲ ਵੀ ਅਸੀਂ ਕੰਪਨੀਆਂ ਦੀ ਵੰਡ ਕਰ ਸਕਦੇ ਹਾਂ। ਗਵਰਨਮੈਂਟ ਕੰਪਨੀ ਤੇ ਪ੍ਰਾਈਵੇਟ ਕੰਪਨੀ ਕਹਿ ਸਕਦੇ ਹਾਂ। ਉਹ ਕੰਪਨੀ ਜਿਸ ਦੇ ਵਿੱਚ ਗਵਰਨਮੈਂਟ ਦੇ 51% ਤੋਂ ਵੱਧ ਸ਼ੇਅਰ ਹਨ, ਸਟੇਕ ਹੈਗਾ, ਉਹਨਾਂ ਕੰਪਨੀਆਂ ਨੂੰ ਅਸੀਂ ਗਵਰਨਮੈਂਟ ਕੰਪਨੀ ਕਹਿੰਦੇ ਹਾਂ ਕਿਉਂਕਿ ਮੈਨੇਜਮੈਂਟ ਜਿਹੜੀ ਹੈਗੀ ਆ ਗਵਰਨਮੈਂਟ ਦੇ ਹੱਥ 'ਚ ਹੁੰਦੀ ਹੈਗੀ ਆ ਤੇ ਕੰਪਨੀ ਨੂੰ ਚਲਾਉਣਾ ਤੇ ਮੈਨੇਜਮੈਂਟ ਦੇ ਲਈ ਜਿਹੜਾ ਟੌਪ ਮੈਨੇਜਮੈਂਟ ਅਪੁਆਇੰਟ ਕਰਨੀ ਇਹ ਗਵਰਨਮੈਂਟ ਦਾ ਹੀ ਕੰਮ ਹੈਗਾ ਆ। ਇਸ ਕਰਕੇ ਇਹ ਕੰਪਨੀਆਂ ਜਿਹੜੀਆਂ ਰਜਿਸਟਰਡ ਹੁੰਦੀਆਂ ਜਿਸ ਦੇ ਵਿੱਚ ਗਵਰਨਮੈਂਟ ਦਾ ਸ਼ੇਅਰ ਜਿਹੜਾ 51% ਤੋਂ ਵੱਧ ਹੈਗਾ ਉਹਨਾਂ ਨੂੰ ਅਸੀਂ ਗਵਰਨਮੈਂਟ ਕੰਪਨੀ ਕਹਿੰਦੇ ਹੈਗੇ ਆ। ਉਸ ਤੋਂ ਬਾਅਦ ਸਬਸਾਈਡਰੀ ਕੰਪਨੀ ਹੋ ਸਕਦੀ ਹੈਗੀ ਆ। ਸਬਸਾਈਡਰੀ ਕੰਪਨੀ ਉਹ ਕੰਪਨੀ ਆ ਜਿਹੜੀ ਕਿਸੇ ਕੰਪਨੀ ਦੀ
ਸਹਾਇਕ ਕੰਪਨੀ, ਇਸ ਤੇ ਅਧਿਕਾਰ ਕਿਸੇ ਦੂਸਰੇ ਕੰਪਨੀ ਦਾ ਹੋਵੇ, ਮੈਨੇਜਮੈਂਟ ਜਿਹੜੀ ਹੈਗੀ ਆ ਕਿਸੇ ਦੂਸਰੀ ਕੰਪਨੀ ਦੀ ਹੋਵੇ, ਉਸ ਨੂੰ ਸਬਸਾਈਡਰੀ ਕੰਪਨੀ ਕਹਿੰਦੇ ਹੈਗੇ ਆ। ਇਸੇ ਤਰ੍ਹਾਂ ਹੀ ਕੰਪਨੀ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਵੀ ਆ ਜਾਂਦੀਆਂ, ਉਹ ਕੰਪਨੀਆਂ ਜਿਸ ਤੇ ਜਿਹੜਾ ਹੈਗਾ ਅਧਿਕਾਰ ਪ੍ਰਾਈਵੇਟ ਜਿਹੜਾ ਹੈਗਾ ਪਰਸਨ ਦਾ ਹੁੰਦਾ। ਉਸ ਤੋਂ ਬਾਅਦ ਕੰਪਨੀਆਂ ਨੂੰ ਅਸੀਂ ਅਕੋਰਡਿੰਗ ਟੂ ਦੀ ਨੈਸ਼ਨੈਲਿਟੀ ਵੀ ਡਿਵਾਈਡ ਕਰ ਸਕਦੇ ਹਾਂ, ਇੰਡੀਅਨ ਕੰਪਨੀ ਤੇ ਫੋਰਨ ਕੰਪਨੀ। ਇੰਡੀਅਨ ਕੰਪਨੀ ਉਹ ਕੰਪਨੀਆਂ ਜਿਹੜੀਆਂ ਇੰਡੀਆ ਦੇ ਵਿੱਚ ਰਜਿਸਟਰਡ ਕੀਤੀਆਂ ਜਾਂਦੀਆਂ, ਔਰ ਇੰਡੀਅਨ ਕੰਪਨੀ ਜਿਹੜੀ ਆ ਚਾਹੇ ਉਹ ਕੰਮ ਆਪਣਾ ਇੰਡੀਆ ਦੇ ਵਿੱਚ ਜਾਂ ਫੋਰਨ ਦੇ ਵਿੱਚ ਕਰੇ, ਇਸ ਦਾ ਜਿਹੜਾ ਹੈਗਾ ਆ ਲਾਭ ਇੰਡੀਆ ਨੂੰ ਹੀ ਮਿਲਦਾ ਹੈ। ਇੰਡੀਅਨ ਕੰਪਨੀ ਉਹ ਕੰਪਨੀ ਆ ਜਿਹੜੀ ਰਜਿਸਟਰ ਤਾਂ ਇੰਡੀਆ 'ਚ ਹੁੰਦੀ ਆ, ਉਹ ਕੰਮ ਆਪਣਾ ਇੰਡੀਆ ਜਾਂ ਫੋਰਨ ਦੇ ਵਿੱਚ ਵੀ ਕਰ ਸਕਦੀ ਹੈ। ਫੋਰਨ ਕੰਪਨੀ ਜਿਹੜੀਆਂ ਉਹ ਕੰਪਨੀਆਂ ਹਨ ਜਿਹੜੀਆਂ ਫੋਰਨ ਦੇ ਵਿੱਚ ਰਜਿਸਟਰਡ ਹੋਈਆਂ ਆ, ਸਕਦਾ ਉਹ ਸਾਡੇ ਦੇਸ਼ ਦੇ ਵਿੱਚ ਵੀ ਕੰਮਕਾਰ ਜਿਹੜਾ ਹੈਗਾ ਆਪਣਾ ਕਰਨ, ਉਹਨਾਂ ਨੂੰ ਅਸੀਂ ਫੋਰਨ ਕੰਪਨੀ ਕਹਿੰਦੇ ਹੈਗੇ ਆ। ਇਸੇ ਤਰ੍ਹਾਂ ਹੀ ਪਬਲਿਕ ਕੰਪਨੀ ਤੇ ਪ੍ਰਾਈਵੇਟ ਕੰਪਨੀ ਜਿਹੜੀ ਹੈਗੀ ਆ, ਪਬਲਿਕ ਕੰਪਨੀ ਉਹ ਕੰਪਨੀ ਹੁੰਦੀ ਆ ਜਿਸ ਦੇ ਵਿੱਚ ਜਿਹੜੇ ਸ਼ੇਅਰ ਹੋਲਡਰ ਹੈਗੇ ਆ, ਉਹਨਾਂ ਦੇ ਜਿਹੜੀ ਕਹਿ ਲਓ ਨੰਬਰ ਆਫ ਸ਼ੇਅਰ ਹੋਲਡਰ, ਜੇ ਕੰਪਨੀ ਨੂੰ ਸਟਾਰਟ ਕਰਨਾ ਹੈ ਤਾਂ ਉਹ ਘੱਟ ਤੋਂ ਘੱਟ 7 ਹੋਣੇ ਚਾਹੀਦੇ ਆ, ਔਰ ਨਾਲ ਦੀ ਨਾਲ ਉਸ ਦੀ ਜਿਹੜੀ ਜਨਰਲ ਮੀਟਿੰਗ ਹੈਗੀ ਆ ਉਸ ਦੇ ਵਿੱਚ ਜਿਹੜਾ ਕੋਰਮ ਹੈਗਾ ਆ ਉਹ ਮਿਨੀਮਮ ਜਿਹੜਾ ਹੈਗਾ ਆ ਉਹ ਰੱਖਿਆ ਜਾਂਦਾ ਆ। ਇਸੇ ਤਰ੍ਹਾਂ ਹੀ ਜਿਹੜੇ ਸ਼ੇਅਰ ਹੈਗੇ ਆ ਪਬਲਿਕ ਕੰਪਨੀ ਦੇ ਕੈਨ ਬੀ ਟ੍ਰਾਂਸਫਰ ਫਰੋਮ ਵਨ ਪਰਸਨ ਟੂ ਅਨਦਰ ਪਰਸਨ। ਨੋ ਲਿਮਟ ਆਫ ਮਿਨੀਮਮ ਪੇਡ ਅਪ ਕੈਪੀਟਲ, ਇਹਦੇ ਵਿੱਚ ਮਿਨੀਮਮ ਲਿਮਟ ਜਿਹੜੀ ਹੈਗੀ ਆ ਪੇਡ ਅਪ ਕੈਪੀਟਲ ਦੀ ਨਹੀਂ ਹੈਗੀ। ਨੰਬਰ ਆਫ ਸ਼ੇਅਰ ਹੋਲਡਰ ਜਿਹੜੇ ਹੈਗੇ, ਮੈਕਸੀਮਮ ਲਿਮਟ ਜਿਹੜੀ ਆ ਉਹ ਵੀ ਕੋਈ ਸਪੈਸੀਫਾਈ ਨਹੀਂ ਕੀਤੀ ਗਈ, ਕੋਈ ਵੀ ਜਿਹੜੇ ਆ ਨੰਬਰ ਆਫ ਜਿਹੜੇ ਸ਼ੇਅਰ ਹੋਲਡਰ ਹੈਗੇ ਆ ਜਿੰਨੇ ਮਰਜ਼ੀ ਹੋ ਸਕਦੇ ਆ। ਇਸੇ ਤਰ੍ਹਾਂ ਜੇ ਕੰਪਨੀ ਸ਼ੇਅਰ ਜਿਹੜੇ ਆਪਣੇ ਕੱਢਦੀ ਆ ਤਾਂ ਉਸ ਨੂੰ ਪ੍ਰੋਸਪੈਕਟਸ ਤੋਂ 120 ਦਿਨਾਂ ਦੇ ਵਿੱਚ ਆਪਣੇ ਸ਼ੇਅਰ ਜਿਹੜੇ ਆ ਸ਼ੇਅਰ ਹੋਲਡਰ ਨੂੰ ਅਲਾਟ ਕਰਨੇ ਪੈਂਦੇ। ਤਾਂ ਇਸ ਦੇ ਉਲਟ ਪ੍ਰਾਈਵੇਟ ਕੰਪਨੀ ਜਿਹੜੀ ਹੈਗੀ ਆ ਸੈਕਸ਼ਨ 2 ਦੇ ਤਹਿਤ, ਜਿਹੜਾ ਕੰਪਨੀ ਐਕਟ ਆ ਉਸ ਦੇ ਤਹਿਤ ਜਿਹੜੀ ਹੈਗੀ ਆ ਇਹ ਇਨਕੋਪਰੇਟ ਹੁੰਦੀ ਆ। ਪਰ ਇਸ ਦੇ ਵਿੱਚ ਕੀ ਹੈਗਾ ਆ ਕਿ ਮੈਕਸੀਮਮ ਜਿਹੜੇ ਹੈਗੇ ਆ ਨੰਬਰ ਆਫ ਪਰਸਨ 200 ਤੋਂ ਵੱਧ ਨਹੀਂ ਹੋ ਸਕਦੇ, ਤੇ ਨਾ ਹੀ ਆਪਣੇ ਜਿਹੜੇ ਸ਼ੇਅਰ ਹੈਗੇ ਆ ਕਿਸੇ ਨੂੰ ਟ੍ਰਾਂਸਫਰ ਕਰ ਸਕਦੇ ਆ। ਉਹ ਨਾਲ ਦੀ ਨਾਲ ਪ੍ਰੋਹਿਬਿਟ ਐਨੀ invitation to the public to subscribe for the share and venture of the company, ਉਹ ਨਾ ਹੀ ਆਪਣੇ ਜਿਹੜੇ ਸ਼ੇਅਰ ਕੱਢ ਕੇ ਪਬਲਿਕਲੀ ਇਹ ਵੇਚ ਸਕਦੀ ਹੈਗੀ ਆ। ਤਾਂ ਇਸੇ ਤਰ੍ਹਾਂ ਹੀ ਬਾਹਰਲੇ ਬੰਦਿਆਂ ਤੋਂ ਜਿਹੜਾ ਹੈਗਾ ਨਾ ਇਹ invitation or acceptance of deposit from person other than the member। ਤਾਂ ਇਹ ਜਿਹੜੀਆਂ ਦੋਨਾਂ ਦੇ ਵਿੱਚ ਫਰਕ ਜਿਹੜਾ ਹੈਗਾ ਆ ਅੱਗੇ ਜਾ ਕੇ ਫੇਰ ਅਸੀਂ ਕਰਾਂਗੇ। ਕੰਪਨੀਆਂ ਨੂੰ ਵੱਖ-ਵੱਖ ਉਹਨਾਂ ਦੇ ਨੇਚਰ ਦੇ ਹਿਸਾਬ ਦੇ ਨਾਲ ਜਿਹੜਾ ਆ ਵੰਡਿਆ ਜਾ ਸਕਦਾ ਆ। ਉਸ ਦੇ ਬਾਰੇ ਤੁਸੀਂ ਹੁਣ ਜਾਣਕਾਰੀ ਹਾਸਲ ਕੀਤੀ ਆ। ਥੈਂਕ ਯੂ ਐਂਡ ਹੈਵ